ਮੈਂ ਕਦੇ ਵੀ ਅਜਿਹਾ ਨਹੀਂ ਸੋਚਿਆ ਸੀ ਕਿ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਹਕੀਕਤ ਅਜਿਹੀ ਹੋਵੇਗੀ ਅਤੇ ਮੈਂ ਇੰਨਾ ਬੇਵੱਸ ਹੋ ਜਾਵਾਂਗਾ। ਮੈਂ ਅਜਿਹਾ ਕਦੇ ਨਹੀਂ ਸੋਚਿਆ ਸੀ ਕਿ ਜ਼ਿੰਦਗੀ ਮੈਨੂੰ ਇੱਕ ਅਜਿਹੇ ਮੋੜ 'ਤੇ ਲੈ ਆਵੇਗੀ ਜਿੱਥੋਂ ਵਾਪਸੀ ਦਾ ਕੋਈ ਰਸਤਾ ਨਹੀਂ ਹੋਵੇਗਾ ਅਤੇ ਮੈਨੂੰ ਨਾ ਚਾਹੁੰਦੇ ਹੋਏ ਵੀ ਇਹ ਸਭ ਸਹਿਣਾ ਪਵੇਗਾ ਅਤੇ ਉਹ ਸਭ ਕੁਝ ਕਰਨਾ ਪਵੇਗਾ ਜਿਸ ਨਾਲ ਮੇਰੀ ਜਾਨ ਹੀ ਨਿਕਲ ਜਾਵੇਗੀ। ਹੋਇਆ ਕੁਝ ਇਸ ਤਰ੍ਹਾਂ ਕਿ ਮੇਰਾ ਵਿਆਹ ਮੇਰੀ ਮਾਂ ਨੇ ਆਪਣੀ ਪਸੰਦ ਦੀ ਕੁੜੀ ਨਾਲ ਕਰਵਾ ਦਿੱਤਾ। ਵਿਆਹ ਤੋਂ ਕੁਝ ਦਿਨ ਬਾਅਦ ਹੀ ਮੈਂ ਕੈਨੇਡਾ ਚਲਾ ਗਿਆ। ਉਂਝ ਤਾਂ ਸਭ ਕੁਝ ਠੀਕ ਸੀ, ਪਰ ਕੁਝ ਦਿਨ ਬਾਅਦ ਘਰ ਤੋਂ ਫੋਨ ਆਉਣ ਲੱਗੇ। ਮੈਂ ਲਗਾਤਾਰ ਫੋਨ ਆਉਣ ਕਰਕੇ ਤੰਗ ਆ ਗਿਆ ਸੀ, ਕਿਉਂਕਿ ਹੁਣ ਮੇਰੀ ਪਤਨੀ ਰੋਜ਼ ਫੋਨ ਕਰਕੇ ਮੇਰੀ ਮਾਂ ਦੀ ਸ਼ਿਕਾਇਤ ਲਗਾਉਂਦੀ ਕਿ ਸਾਡੇ ਗੁਆਂਢੀ ਨਾਲ ਮੇਰੀ ਮਾਂ ਦਾ ਚੱਕਰ ਚੱਲ ਰਿਹਾ ਹੈ। ਕਿਤੇ ਉਹ ਸਾਡੇ ਮੂੰਹ 'ਤੇ ਕਾਲਖ ਮਲ ਕੇ ਭੱਜ ਨਾ ਜਾਵੇ। ਮੈਨੂੰ ਇਹ ਸਭ ਸੁਣ ਕੇ ਬਹੁਤ ਅਜੀਬ ਲੱਗਦਾ ਸੀ ਅਤੇ ਅਕਸਰ ਮੈਂ ਆਪਣੀ ਪਤਨੀ ਨੂੰ ਹੀ ਬੁਰੀ ਤਰ੍ਹਾਂ ਝਿੜਕ ਦਿੰਦਾ ਸੀ। ਉੱਧਰ ਮੇਰੀ ਮਾਂ ਵੀ ਮੈਨੂੰ ਰੋਜ਼ ਫੋਨ ਕਰਦੀ, ਪਰ ਉਹ ਤਾਂ ਆਪਣੀ ਬਹੂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੰਦੀ ਸੀ, ਜਿਸ ਨੂੰ ਸੁਣ ਕੇ ਮੈਂ ਹੈਰਾਨ ਸੀ। ਹੁਣ ਮੈਂ ਅਕਸਰ ਆਪਣੀ ਪਤਨੀ ਨੂੰ ਬੁਰਾ ਭਲਾ ਕਹਿੰਦਾ ਸੀ ਅਤੇ ਇਸੇ ਗੱਲ ਕਰਕੇ ਹੁਣ ਸਾਡੀ ਲੜਾਈ ਰਹਿਣ ਲੱਗੀ ਸੀ। ਕਈ ਦਿਨ ਉਹ ਮੇਰੇ ਨਾਲ ਨਾਰਾਜ਼ ਰਹਿੰਦੀ, ਪਰ ਫਿਰ ਮੈਂ ਉਸਨੂੰ ਮਨਾ ਹੀ ਲੈਂਦਾ ਸੀ ਅਤੇ ਉਸਨੂੰ ਸਮਝਾਉਂਦਾ ਕਿ ਮੇਰੀ ਮਾਂ ਅਜਿਹੀ ਨਹੀਂ ਹੈ ਅਤੇ ਉਹਨਾਂ ਦੇ ਖਿਲਾਫ ਮੈਂ ਕੁਝ ਵੀ ਨਹੀਂ ਸੁਣ ਸਕਦਾ। ਮੇਰੀਆਂ ਗੱਲਾਂ ਸੁਣ ਕੇ ਮੇਰੀ ਪਤਨੀ ਚੁੱਪ ਹੋ ਜਾਂਦੀ ਸੀ। ਉਹ ਮੈਨੂੰ ਮੇਰੀ ਮਾਂ ਬਾਰੇ ਬਹੁਤ ਕੁਝ ਦੱਸਣ ਦੀ ਕੋਸ਼ਿਸ਼ ਕਰਦੀ ਸੀ, ਜਿਸ ਨੂੰ ਮੈਂ ਇੰਨਾ ਜ਼ਰੂਰੀ ਨਹੀਂ ਸਮਝਦਾ ਸੀ ਅਤੇ ਉਸ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਸੀ। ਪਰ ਹੁਣ ਮੇਰੇ ਦਿਮਾਗ ਵਿੱਚ ਉਹ ਗੱਲਾਂ ਆਉਣ ਲੱਗੀਆਂ ਸਨ ਜੋ ਮੈਂ ਸੋਚਣਾ ਨਹੀਂ ਚਾਹੁੰਦਾ ਸੀ। ਮੈਂ ਬਹੁਤ ਪਰੇਸ਼ਾਨ ਹੋ ਚੁੱਕਿਆ ਸੀ ਅਤੇ ਸੋਚਦਾ ਸੀ ਕਿ ਮੇਰੀ ਪਤਨੀ ਤਾਂ ਮੇਰੀ ਮਾਂ ਦੀ ਸ਼ਿਕਾਇਤ ਕਰਦੀ ਹੈ ਅਤੇ ਮੇਰੀ ਮਾਂ ਉਸਦੀ ਇੰਨੀ ਤਾਰੀਫ ਕਰਦੀ ਹੈ। ਅਜਿਹਾ ਕਿਵੇਂ ਹੋ ਸਕਦਾ ਹੈ? ਮੈਨੂੰ ਹੁਣ ਹੈਰਾਨੀ ਹੋਣ ਲੱਗੀ ਸੀ ਅਤੇ ਇਸੇ ਪਰੇਸ਼ਾਨੀ ਵਿੱਚ ਬਹੁਤ ਦਿਨ ਲੰਘ ਗਏ ਅਤੇ ਫਿਰ ਮੇਰੀ ਪਤਨੀ ਦੇ ਫੋਨ ਆਉਣੇ ਬੰਦ ਹੋ ਗਏ। ਹੁਣ ਉਹ ਮਾਂ ਦੀ ਕੋਈ ਸ਼ਿਕਾਇਤ ਨਹੀਂ ਕਰਦੀ ਸੀ। ਜਦੋਂ ਕਦੇ ਉਸਦਾ ਫੋਨ ਆਉਂਦਾ ਤਾਂ ਮੇਰਾ ਹਾਲ ਚਾਲ ਪੁੱਛ ਕੇ ਫੋਨ ਕੱਟ ਦਿੰਦੀ ਸੀ। ਮੈਂ ਆਪਣੀ ਪਤਨੀ ਦੇ ਇਸ ਵਰਤਾਓ ਤੋਂ ਹੈਰਾਨ ਸੀ ਕਿ ਉਸਨੂੰ ਇੰਨੀ ਜਲਦੀ ਆਪਣੀ ਗਲਤੀ ਕਿਵੇਂ ਸਮਝ ਆ ਗਈ। ਮੇਰੀ ਪਤਨੀ ਦੀਆਂ ਸਾਰੀਆਂ ਗੱਲਾਂ ਅਤੇ ਉਸਦੇ ਉਲਟ ਮੇਰੀ ਮਾਂ ਦਾ ਮੇਰੀ ਪਤਨੀ ਦੀ ਤਾਰੀਫ ਕਰਨਾ, ਮੈਂ ਹੁਣ ਉਹਨਾਂ ਦੋਨਾਂ ਦੇ ਵਰਤਾਓ ਤੋਂ ਹੈਰਾਨ ਸੀ ਅਤੇ ਫਿਰ ਮੈਂ ਘਰ ਵਾਪਸ ਆਉਣ ਦਾ ਫੈਸਲਾ ਕੀਤਾ, ਕਿਉਂਕਿ ਉੱਥੇ ਜਾ ਕੇ ਹੀ ਮੈਨੂੰ ਕੁਝ ਸਮਝ ਆ ਸਕਦਾ ਸੀ। ਮੈਂ ਹਿੰਮਤ ਨਹੀਂ ਹਾਰੀ। ਮੈਨੂੰ ਜਦੋਂ ਛੁੱਟੀਆਂ ਮਿਲੀਆਂ ਤਾਂ ਮੈਂ ਬਿਨਾਂ ਦੱਸੇ ਹੀ ਘਰ ਆ ਗਿਆ। ਮੈਂ ਦੇਖਣਾ ਚਾਹੁੰਦਾ ਸੀ ਕਿ ਮੈਨੂੰ ਆਪਣੇ ਸਾਹਮਣੇ ਅਚਾਨਕ ਦੇਖਣ ਨਾਲ ਉਹਨਾਂ ਦੇ ਚਿਹਰੇ 'ਤੇ ਕੀ ਹਾਵ ਭਾਵ ਆਉਂਦੇ ਹਨ ਅਤੇ ਉਹ ਦੋਨੋਂ ਕੀ ਕਹਿਣਗੀਆਂ। ਮੈਂ ਜਿਵੇਂ ਹੀ ਘਰ ਆਇਆ ਤਾਂ ਅੱਗੇ ਦਾ ਨਜ਼ਾਰਾ ਦੇਖ ਕੇ ਮੇਰੇ ਹੋਸ਼ ਉੱਡ ਗਏ, ਕਿਉਂਕਿ ਮੇਰੀ ਮਾਂ ਤਾਂ, ਬਲਕਿ ਉਹ ਮੇਰੀ ਮਾਂ ਲੱਗ ਹੀ ਨਹੀਂ ਰਹੀ ਸੀ ਜੋ ਪਹਿਲਾਂ ਸੀ। ਹੁਣ ਤਾਂ ਉਹ ਕੋਈ ਮਾਡਰਨ ਔਰਤ ਲੱਗ ਰਹੀ ਸੀ। ਮਾਂ ਨੇ ਆਪਣੇ ਆਪ ਨੂੰ ਬਹੁਤ ਬਦਲ ਲਿਆ ਸੀ ਅਤੇ ਉਹ ਵੀ ਕਿਵੇਂ। ਇਹ ਵਿਚਾਰ ਉਸੇ ਸਮੇਂ ਮੇਰੇ ਦਿਮਾਗ ਵਿੱਚ ਆਇਆ ਜਦ ਮੈਂ ਆਪਣੀ ਮਾਂ ਨੂੰ ਦੇਖ ਰਿਹਾ ਸੀ। ਮਾਂ ਦੀ ਨਜ਼ਰ ਮੇਰੇ 'ਤੇ ਪਈ ਤਾਂ ਉਹ ਮੈਨੂੰ ਆਪਣੇ ਸਾਹਮਣੇ ਦੇਖ ਕੇ ਘਬਰਾ ਗਈ ਅਤੇ ਫਿਰ ਆਪਣੇ ਉੱਪਰ ਕਾਬੂ ਪਾਉਂਦੇ ਹੋਏ ਹੱਸ ਪਈ। ਮੇਰੀ ਆਵਾਜ਼ ਸੁਣ ਕੇ ਮੇਰੀ ਪਤਨੀ ਵੀ ਵਿਹੜੇ ਵਿੱਚ ਆ ਗਈ ਅਤੇ ਮੈਨੂੰ ਦੇਖ ਕੇ ਦੰਗ ਰਹਿ ਗਈ। ਉਸਦੀ ਖੁਸ਼ੀ ਉਸਦੇ ਅੰਗ ਵਿੱਚ ਫੁੱਟ ਰਹੀ ਸੀ। ਮੈਂ ਵੀ ਉਸਨੂੰ ਦੇਖ ਕੇ ਮੁਸਕਰਾਉਣ ਲੱਗਿਆ, ਕਿਉਂਕਿ ਮੈਂ ਉਸਨੂੰ ਬਹੁਤ ਦਿਨਾਂ ਬਾਅਦ ਦੇਖ ਰਿਹਾ ਸੀ ਅਤੇ ਫਿਰ ਇਸੇ ਤਰ੍ਹਾਂ ਦਿਨ ਲੰਘਦੇ ਰਹੇ। ਮੇਰੀ ਪਤਨੀ ਹੁਣ ਮੈਨੂੰ ਸਾਰੀਆਂ ਗੱਲਾਂ ਦੱਸਣ ਲੱਗੀ, ਜਿਸ ਨੂੰ ਸੁਣ ਕੇ ਮੈਂ ਕਹਿੰਦਾ ਕਿ ਤੇਰਾ ਵਹਿਮ ਹੋਵੇਗਾ, ਮੇਰੀ ਮਾਂ ਅਜਿਹੀ ਨਹੀਂ ਹੈ। ਮੈਂ ਆਪਣੀ ਪਤਨੀ ਨਾਲ ਲੜਨਾ ਨਹੀਂ ਚਾਹੁੰਦਾ ਸੀ, ਇਸ ਲਈ ਉਸਨੂੰ ਬਹੁਤ ਆਰਾਮ ਨਾਲ ਸਮਝਾਉਣ ਲੱਗਿਆ। ਹੁਣ ਮੈਂ ਰੋਜ਼ ਦੀ ਚਿੜ ਤੋਂ ਤੰਗ ਆ ਗਿਆ ਸੀ, ਇਸ ਲਈ ਹੁਣ ਮੈਂ ਹਰ ਵੇਲੇ ਗੁੱਸੇ ਵਿੱਚ ਰਹਿਣ ਲੱਗਿਆ। ਮੇਰੀ ਪਤਨੀ ਦੀਆਂ ਗੱਲਾਂ ਹੁਣ ਮੈਨੂੰ ਪਰੇਸ਼ਾਨ ਕਰ ਚੁੱਕੀਆਂ ਸਨ ਅਤੇ ਫਿਰ ਉਸਦੀਆਂ ਗੱਲਾਂ ਵਿੱਚ ਆ ਕੇ ਮੈਂ ਆਪਣੀ ਮਾਂ ਨੂੰ ਬਹੁਤ ਧਿਆਨ ਨਾਲ ਦੇਖਣ ਲੱਗਿਆ ਕਿ ਕੀ ਬੁਰਾਈ ਹੈ ਮੇਰੀ ਮਾਂ ਵਿੱਚ। ਮੈਨੂੰ ਆਪਣੀ ਸੋਚ 'ਤੇ ਅਫਸੋਸ ਹੋਇਆ। ਮੈਂ ਆਪਣੇ ਆਪ ਨੂੰ ਕੋਸਣ ਲੱਗਿਆ ਅਤੇ ਦਿਮਾਗ ਵਿੱਚੋਂ ਬੇਕਾਰ ਗੱਲਾਂ ਕੱਢ ਦਿੱਤੀਆਂ। ਮੈਂ ਸੋਚਿਆ ਮੈਂ ਆਪਣੀ ਮਾਂ ਦੇ ਬਾਰੇ ਵਿੱਚ ਅਜਿਹਾ ਬੁਰਾ ਨਹੀਂ ਸੋਚਾਂਗਾ। ਮੈਨੂੰ ਲੱਗਿਆ ਮੈਂ ਹੀ ਪਾਗਲ ਹਾਂ ਜੋ ਆਪਣੀ ਪਤਨੀ ਦੀਆਂ ਗੱਲਾਂ ਵਿੱਚ ਆ ਗਿਆ। ਮੇਰੀ ਪਤਨੀ ਘੱਟ ਉਮਰ ਦੀ ਸੀ, ਇਸ ਲਈ ਮੈਂ ਉਸਨੂੰ ਕੁਝ ਨਹੀਂ ਕਹਿੰਦਾ ਸੀ ਕਿ ਉਹ ਹਾਲੇ ਛੋਟੀ ਹੈ, ਖੁਦ ਹੀ ਹੌਲੀ ਉਸਨੂੰ ਸਮਝ ਆ ਜਾਵੇਗੀ। ਪਰ ਮੈਨੂੰ ਖਬਰ ਨਹੀਂ ਸੀ ਕਿ ਮਾਮਲਾ ਇੰਨਾ ਖਰਾਬ ਹੋ ਚੁੱਕਿਆ ਹੈ। ਜੋ ਮੈਨੂੰ ਨਜ਼ਰ ਆ ਰਿਹਾ ਸੀ, ਮੈਂ ਇਹਨਾਂ ਸਾਰੀਆਂ ਗੱਲਾਂ ਤੋਂ ਅਣਜਾਣ ਆਪਣੀ ਹੀ ਪਤਨੀ ਨੂੰ ਸਮਝ ਰਿਹਾ ਸੀ ਕਿ ਉਹ ਮੇਰੀ ਮਾਂ ਦੇ ਬਾਰੇ ਵਿੱਚ ਕੁਝ ਵੀ ਬੁਰਾ ਨਾ ਕਹੇ ਅਤੇ ਫਿਰ ਮੇਰੀ ਪਤਨੀ ਨੂੰ ਜਿਵੇਂ ਚੁੱਪ ਰਹਿਣ ਦੀ ਬਿਮਾਰੀ ਹੀ ਲੱਗ ਗਈ ਸੀ।
ਹੁਣ ਉਹ ਕਿਸੇ ਵੀ ਮਾਮਲੇ ਵਿੱਚ ਨਹੀਂ ਬੋਲਦੀ ਸੀ ਅਤੇ ਨਾ ਹੀ ਆਪਣੀ ਸਲਾਹ ਦਿੰਦੀ ਸੀ। ਮੈਂ ਵੀ ਬਹੁਤ ਖੁਸ਼ ਸੀ ਕਿ ਚਲੋ ਕੁਝ ਦਿਨ ਤਾਂ ਚੈਨ ਮਿਲੇਗਾ, ਕੁਝ ਦਿਨ ਬਾਅਦ ਆਪਣੇ ਆਪ ਹੀ ਠੀਕ ਹੋ ਜਾਵੇਗੀ। ਮੇਰੀ ਪਤਨੀ ਨੂੰ ਹਲੇ ਮੇਰੀਆਂ ਗੱਲਾਂ ਦਾ ਗੁੱਸਾ ਹੈ। ਮੈਂ ਹੁਣ ਘਰ ਵਿੱਚ ਰਹਿੰਦਾ ਸੀ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਸੀ। ਮੇਰੀ ਮਾਂ ਮੇਰੇ ਆਉਣ ਨਾਲ ਖੁਸ਼ ਸੀ। ਇਹ ਸਿਰਫ ਮੈਨੂੰ ਲੱਗਦਾ ਸੀ, ਕਿਉਂਕਿ ਮੇਰੀ ਮਾਂ ਬਹੁਤ ਬਦਲ ਗਈ ਸੀ। ਨਵੇਂ-ਨਵੇਂ ਕੱਪੜੇ ਪਾਉਂਦੀ ਸੀ ਅਤੇ ਮੇਰੀ ਪਤਨੀ ਬਸ ਘਰ ਦੇ ਕੰਮਾਂ ਵਿੱਚ ਉਲਝੀ ਰਹਿੰਦੀ ਸੀ। ਅਤੇ ਬਹੁਤ ਵਾਰ ਮੈਂ ਆਪਣੀ ਪਤਨੀ ਨੂੰ ਵੀ ਕਿਹਾ ਸੀ ਕਿ ਬਣ ਠਣ ਕੇ ਰਿਹਾ ਕਰੇ, ਪਰ ਉਸ ਦਾ ਕਹਿਣਾ ਸੀ ਕਿ ਜੇਕਰ ਮੈਂ ਤਿਆਰ ਹੋ ਕੇ ਬੈਠੀ ਰਹਾਂਗੀ ਤਾਂ ਫਿਰ ਘਰ ਦੇ ਕੰਮ ਕੌਣ ਕਰੇਗਾ। ਮੈਂ ਉਸ ਦੀ ਇਹ ਗੱਲ ਸੁਣ ਕੇ ਚੁੱਪ ਹੋ ਗਿਆ ਸੀ। ਮੇਰੇ ਕੋਲ ਬੋਲਣ ਨੂੰ ਕੁਝ ਵੀ ਨਹੀਂ ਸੀ। ਠੀਕ ਹੀ ਤਾਂ ਬੋਲ ਰਹੀ ਸੀ ਉਹ। ਹੋਰ ਮੈਂ ਉਸ ਨੂੰ ਕਹਿੰਦਾ ਵੀ ਤਾਂ ਕੀ ਕਹਿੰਦਾ। ਜਦ ਮੈਂ ਆਪਣੀ ਜੌਬ 'ਤੇ ਗਿਆ ਸੀ ਉਦੋਂ ਤਾਂ ਅਜਿਹਾ ਕੁਝ ਨਹੀਂ ਸੀ, ਲੜਾਈ ਝਗੜਾ ਵੀ ਨਹੀਂ ਸੀ। ਹੁਣ ਕਿਵੇਂ ਇੰਨਾ ਸਭ ਕੁਝ ਬਦਲ ਗਿਆ ਸੀ। ਕੁਝ ਦਿਨ ਲੰਘੇ ਸਨ ਤਾਂ ਹੁਣ ਮੈਨੂੰ ਵੀ ਮਹਿਸੂਸ ਹੋਣ ਲੱਗਿਆ ਸੀ ਕਿ ਮੇਰੀ ਮਾਂ ਕੁਝ ਜ਼ਿਆਦਾ ਹੀ ਘਰ ਤੋਂ ਬਾਹਰ ਰਹਿਣ ਲੱਗੀ ਸੀ। ਮੈਂ ਇਹ ਗੱਲ ਨੋਟ ਨਹੀਂ ਕੀਤੀ ਸੀ, ਪਰ ਹੁਣ ਮੇਰੀ ਮਾਂ ਕੁਝ ਜ਼ਿਆਦਾ ਹੀ ਤਿਆਰ ਹੋ ਕੇ ਬਾਹਰ ਜਾਂਦੀ ਸੀ। ਮੈਂ ਹੈਰਾਨ ਸੀ ਕਿ ਮਾਂ ਨੇ ਆਪਣੇ ਆਪ ਨੂੰ ਕੀ ਤੋਂ ਕੀ ਬਣਾ ਲਿਆ ਹੈ। ਹੁਣ ਉਹਨਾਂ 'ਤੇ ਮੈਨੂੰ ਸ਼ੱਕ ਹੋਣ ਲੱਗਿਆ ਸੀ। ਮੈਂ ਆਪਣੀ ਪਤਨੀ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ ਅਤੇ ਆਪ ਹੀ ਇਸ ਬਾਰੇ ਵਿੱਚ ਸੋਚਣ ਲੱਗਿਆ। ਮੇਰੇ ਦਿਲ ਵਿੱਚ ਖਿਆਲ ਆਇਆ ਕਿ ਮੈਨੂੰ ਆਪਣੀ ਮਾਂ 'ਤੇ ਸ਼ੱਕ ਨਹੀਂ ਕਰਨਾ ਚਾਹੀਦਾ, ਪਰ ਫਿਰ ਸੋਚਿਆ ਕਿ ਇੱਕ ਵਾਰ ਦੇਖਣ ਵਿੱਚ ਕੀ ਦਿੱਕਤ ਹੈ। ਅਤੇ ਫਿਰ ਇਸੇ ਤਰ੍ਹਾਂ ਕਰਦੇ ਕਰਦੇ ਮੈਂ ਆਪਣੀ ਮਾਂ ਦੀਆਂ ਹਰਕਤਾਂ ਨੋਟ ਕਰਨ ਲੱਗਿਆ। ਮੈਂ ਜਦੋਂ ਵੀ ਆਪਣੀ ਮਾਂ ਨਾਲ ਗੱਲ ਕਰਦਾ ਸੀ ਤਾਂ ਅਜਿਹਾ ਲੱਗਦਾ ਸੀ ਕਿ ਮੈਂ ਕਿਸੇ ਹੋਰ ਨਾਲ ਗੱਲ ਕਰ ਰਿਹਾ ਹਾਂ, ਕਿਉਂਕਿ ਮਾਂ ਦੇ ਬੋਲਣ ਵਿੱਚ ਵੀ ਬਦਲਾਅ ਆ ਚੁੱਕਿਆ ਸੀ। ਮੇਰੇ ਪਿਤਾ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਮੇਰੀ ਮਾਂ ਨੇ ਸੱਜ ਧੱਜ ਕੇ ਰਹਿਣਾ ਛੱਡ ਦਿੱਤਾ ਸੀ, ਪਰ ਹੁਣ ਮੈਨੂੰ ਹੈਰਾਨੀ ਹੁੰਦੀ ਸੀ ਉਹਨਾਂ ਨੂੰ ਇਸ ਤਰ੍ਹਾਂ ਦੇਖ ਕੇ। ਮੇਰੀ ਮਾਂ ਰੋਜ਼ ਕਿਸੇ ਨਾ ਕਿਸੇ ਬਹਾਨੇ ਘਰ ਤੋਂ ਬਾਹਰ ਰਹਿੰਦੀ ਸੀ ਅਤੇ ਮੇਰੀ ਪਤਨੀ ਘਰ ਦੇ ਕੰਮਾਂ ਵਿੱਚ ਹੀ ਲੱਗੀ ਰਹਿੰਦੀ ਸੀ। ਉਸਨੇ ਹੁਣ ਮਾਂ ਦੇ ਬਾਰੇ ਵਿੱਚ ਸ਼ਿਕਾਇਤ ਕਰਨੀ ਛੱਡ ਦਿੱਤੀ ਸੀ। ਸਿਰਫ ਘਰ ਦੀ ਹੀ ਕੋਈ ਗੱਲ ਕਰਦੀ ਜਾਂ ਆਪਣੇ ਬਾਰੇ ਵਿੱਚ ਜੋ ਗੱਲ ਹੁੰਦੀ ਸਿਰਫ ਉਹੀ ਮੇਰੇ ਨਾਲ ਸ਼ੇਅਰ ਕਰਦੀ। ਕਦੇ-ਕਦੇ ਮੇਰੀ ਅੰਤਰਾਤਮਾ ਮੈਨੂੰ ਦੋਸ਼ ਦਿੰਦੀ ਕਿ ਕੀ ਕਰ ਰਿਹਾ ਹੈ, ਆਪਣੀ ਮਾਂ 'ਤੇ ਸ਼ੱਕ ਕਿਵੇਂ ਕਰ ਸਕਦਾ ਹੈ, ਪਰ ਮੈਂ ਆਪਣੇ ਦਿਲ ਦੇ ਹੱਥੋਂ ਮਜਬੂਰ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੀ ਮਾਂ ਤੇ ਮੇਰੀ ਪਤਨੀ ਵਿੱਚ ਕੌਣ ਸਹੀ ਹੈ, ਕੌਣ ਗਲਤ। ਮੈਂ ਉਹਨਾਂ ਦੋਨਾਂ ਦੀਆਂ ਗੱਲਾਂ ਵਿੱਚ ਬੁਰੀ ਤਰ੍ਹਾਂ ਫਸ ਚੁੱਕਿਆ ਸੀ। ਮੇਰੀ ਮਾਂ ਮੇਰੇ ਨਾਲ ਜ਼ਿਆਦਾ ਗੱਲ ਨਹੀਂ ਕਰਦੀ ਸੀ, ਕਿਉਂਕਿ ਉਹ ਘਰ ਹੀ ਨਹੀਂ ਹੁੰਦੀ ਸੀ। ਹੁਣ ਸਾਡੇ ਗੁਆਂਢੀ ਵੀ ਮਾਂ ਦੇ ਬਾਰੇ ਅਜੀਬ-ਅਜੀਬ ਗੱਲਾਂ ਕਰਨ ਲੱਗੇ ਸਨ, ਜੋ ਮੇਰੀ ਬਰਦਾਸ਼ਤ ਤੋਂ ਬਾਹਰ ਸਨ, ਪਰ ਮੈਂ ਚੁੱਪ ਰਹਿੰਦਾ ਸੀ, ਕਿਉਂਕਿ ਹੁਣ ਮੈਨੂੰ ਸੱਚ ਪਤਾ ਕਰਨਾ ਸੀ। ਕੋਈ ਮਾਂ ਦੇ ਬਾਰੇ ਵਿੱਚ ਅਜਿਹੀਆਂ ਗੱਲਾਂ ਕਿਵੇਂ ਕਰ ਸਕਦਾ ਹੈ। ਕੋਈ ਨਾ ਕੋਈ ਗੱਲ ਜ਼ਰੂਰ ਹੈ। ਹੁਣ ਮੈਨੂੰ ਵੀ ਪੂਰਾ ਪੱਕਾ ਸ਼ੱਕ ਹੋ ਗਿਆ ਸੀ। ਇਹ ਗੱਲਾਂ ਸੋਚ-ਸੋਚ ਕੇ ਮੇਰੇ ਦਿਮਾਗ ਦੀਆਂ ਨਸਾਂ ਫਟਣ ਵਰਗੀਆਂ ਹੋ ਚੁੱਕੀਆਂ ਸਨ। ਹੁਣ ਮੈਂ ਇੱਕ ਫੈਸਲਾ ਕੀਤਾ ਕਿ ਮਾਂ ਦੇ ਘਰ ਤੋਂ ਬਾਹਰ ਜਾਂਦੇ ਹੀ ਮੈਂ ਮਾਂ ਦੇ ਕਮਰੇ ਦੀ ਤਲਾਸ਼ੀ ਲਵਾਂਗਾ। ਤਲਾਸ਼ੀ ਵੀ ਚੁੱਪਚਾਪ ਲੈਣਾ ਚਾਹੁੰਦਾ ਸੀ। ਆਪਣੀ ਪਤਨੀ ਨੂੰ ਵੀ ਪਤਾ ਨਹੀਂ ਲੱਗਣ ਦੇਣਾ ਚਾਹੁੰਦਾ ਸੀ। ਅਗਲੇ ਦਿਨ ਰੋਜ਼ ਦੀ ਤਰ੍ਹਾਂ ਮਾਂ ਘਰ ਤੋਂ ਬਾਹਰ ਗਈ ਤਾਂ ਮੈਂ ਕਿਸੇ ਬਹਾਨੇ ਮਾਂ ਦੇ ਕਮਰੇ ਵਿੱਚ ਆ ਗਿਆ ਅਤੇ ਕਮਰੇ ਵਿੱਚ ਇੱਧਰ-ਉੱਧਰ ਦੇਖਣ ਲੱਗਿਆ। ਮੈਨੂੰ ਕੋਈ ਅਜਿਹੀ ਚੀਜ਼ ਨਜ਼ਰ ਨਹੀਂ ਆਈ ਜਿਸ ਤੋਂ ਕੁਝ ਪਤਾ ਲੱਗਦਾ। ਹੁਣ ਮੇਰੀ ਨਜ਼ਰ ਅਲਮਾਰੀ 'ਤੇ ਗਈ। ਮੈਂ ਜਿਵੇਂ ਹੀ ਅਲਮਾਰੀ ਖੋਲ੍ਹੀ ਤਾਂ ਸਾਹਮਣੇ ਜੋ ਨਜ਼ਰ ਆਇਆ ਉਸ ਨੂੰ ਦੇਖ ਕੇ ਮੈਂ ਹੈਰਾਨ ਹੀ ਰਹਿ ਗਿਆ। ਅਲਮਾਰੀ ਵਿੱਚ ਬਹੁਤ ਸਾਰੇ ਪੈਸੇ ਅਤੇ ਗਹਿਣੇ ਪਏ ਸਨ। ਮੈਂ ਹੈਰਾਨ ਸੀ ਕਿ ਇੰਨਾ ਤਾਂ ਮੈਂ ਕਮਾਉਂਦਾ ਵੀ ਨਹੀਂ, ਤਾਂ ਫਿਰ ਮੇਰੀ ਮਾਂ ਕੋਲ ਇਹ ਸਭ ਕੁਝ ਕਿੱਥੋਂ ਆਇਆ ਸੀ। ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਆ ਗਿਆ ਅਤੇ ਸੋਚਣ ਲੱਗਿਆ। ਹੁਣ ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗ ਰਿਹਾ ਸੀ। ਹੁਣ ਮੈਨੂੰ ਬਹੁਤ ਬੇਚੈਨੀ ਹੋ ਰਹੀ ਸੀ ਕਿ ਕਿਵੇਂ ਪਤਾ ਕਰਾਂ ਮੇਰੀ ਮਾਂ ਕੀ ਕਰਦੀ ਹੈ, ਕਿੱਥੇ ਜਾਂਦੀ ਹੈ। ਮੈਂ ਸੋਚਿਆ ਹੁਣ ਜਦੋਂ ਵੀ ਮਾਂ ਘਰ ਤੋਂ ਬਾਹਰ ਜਾਵੇਗੀ ਮੈਂ ਉਸ ਦਾ ਪਿੱਛਾ ਕਰਾਂਗਾ। ਮੇਰੀ ਪਤਨੀ ਨੂੰ ਕੁਝ ਵੀ ਨਹੀਂ ਪਤਾ ਸੀ ਕਿ ਮੈਂ ਕੀ ਸੋਚ ਰਿਹਾ ਹਾਂ ਤੇ ਮੈਂ ਕੀ ਕਰਨ ਵਾਲਾ ਹਾਂ। ਉਸ ਨੂੰ ਮੈਂ ਕਿਸੇ ਗੱਲ ਦੀ ਭਣਕ ਨਹੀਂ ਲੱਗਣ ਦਿੱਤੀ। ਅਗਲੇ ਦਿਨ ਮਾਂ ਰੋਜ਼ ਦੀ ਤਰ੍ਹਾਂ ਤਿਆਰ ਹੋ ਕੇ ਘਰ ਤੋਂ ਨਿਕਲ ਗਈ ਅਤੇ ਮੈਂ ਵੀ ਆਪਣੀ ਪਤਨੀ ਨੂੰ ਕਿਸੇ ਕੰਮ ਦਾ ਬਹਾਨਾ ਮਾਰ ਕੇ ਮਾਂ ਦੇ ਪਿੱਛੇ ਚਲਾ ਗਿਆ। ਮੇਰੀ ਮਾਂ ਦੀ ਚਾਲ ਢਾਲ ਵੀ ਬਦਲ ਗਈ ਸੀ। ਉਹ ਕਿਸੇ ਮਾਡਲ ਕੁੜੀ ਵਾਂਗੂ ਚੱਲ ਰਹੀ ਸੀ। ਮੈਂ ਉਹਨਾਂ ਦੇ ਪਿੱਛੇ ਹੀ ਸੀ। ਮਾਂ ਪਤਾ ਨਹੀਂ ਕਿਹੜੇ-ਕਿਹੜੇ ਅਜੀਬ ਰਸਤਿਆਂ ਤੋਂ ਜਾ ਰਹੀ ਸੀ। ਇਹ ਇੱਕ ਸੁੰਨਸਾਨ ਜਿਹੀ ਥਾਂ ਸੀ, ਪਰ ਮੈਂ ਹਿੰਮਤ ਨਹੀਂ ਹਾਰੀ, ਆਪਣੇ ਆਪ ਨੂੰ ਥੱਕਣ ਨਹੀਂ ਦਿੱਤਾ ਅਤੇ ਲਗਾਤਾਰ ਮਾਂ ਦਾ ਪਿੱਛਾ ਕਰਦਾ ਰਿਹਾ। ਮਾਂ ਇੱਕ ਪੁਰਾਣੇ ਘਰ ਦੇ ਸਾਹਮਣੇ ਰੁਕ ਗਈ ਅਤੇ ਆਸੇ-ਪਾਸੇ ਦੇਖਣ ਲੱਗੀ ਕਿ ਕੋਈ ਕਿਤੇ ਦੇਖ ਤਾਂ ਨਹੀਂ ਰਿਹਾ। ਮੈਂ ਮਾਂ ਨੂੰ ਖੜੇ ਦੇਖ ਕੇ ਲੁਕ ਗਿਆ ਸੀ ਤਾਂ ਜੋ ਮੈਂ ਉਹਨਾਂ ਨੂੰ ਨਜ਼ਰ ਨਾ ਆ ਸਕਾਂ।
ਮਾਂ ਆਪਣੇ ਆਪ ਨੂੰ ਤਸੱਲੀ ਦੇ ਕੇ ਉਸ ਘਰ ਦੇ ਅੰਦਰ ਚਲੀ ਗਈ। ਮੈਂ ਇਹ ਸਭ ਦੇਖ ਕੇ ਹੈਰਾਨ ਸੀ। ਇਸ ਤਰ੍ਹਾਂ ਚੋਰੀ ਛੁਪੇ ਆਉਣਾ ਅਤੇ ਕਿਸੇ ਦੇ ਘਰ ਜਾਣਾ ਮੈਨੂੰ ਕੁਝ ਸਮਝ ਨਹੀਂ ਆਇਆ। ਮੈਨੂੰ ਇਹ ਸਭ ਅਜੀਬ ਲੱਗ ਰਿਹਾ ਸੀ। ਕੁਝ ਤਾਂ ਗਲਤ ਹੋਣ ਵਾਲਾ ਸੀ ਜੋ ਮੈਂ ਨਹੀਂ ਜਾਣਦਾ ਸੀ। ਹੁਣ ਮੈਂ ਵੀ ਇਸ ਘਰ ਵਿੱਚ ਜਾਣ ਦੀ ਸੋਚ ਰਿਹਾ ਸੀ ਕਿ ਇੰਨੀ ਹੀ ਦੇਰ ਵਿੱਚ ਦੋ ਹੱਟੇ-ਕੱਟੇ ਬੰਦੇ ਉਸ ਘਰ ਵੱਲ ਜਾ ਰਹੇ ਸਨ। ਮੈਂ ਉਹਨਾਂ ਨੂੰ ਦੇਖ ਕੇ ਰੁਕ ਗਿਆ। ਮੈਨੂੰ ਮਾਂ 'ਤੇ ਬਹੁਤ ਗੁੱਸਾ ਆ ਰਿਹਾ ਸੀ। ਮੈਨੂੰ ਉਹੀ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ ਜਿਸ ਦਾ ਮੈਨੂੰ ਡਰ ਸੀ। ਮੇਰੀ ਪਤਨੀ ਮੈਨੂੰ ਸੱਚ ਹੀ ਕਹਿੰਦੀ ਸੀ। ਮੈਂ ਉਸ 'ਤੇ ਯਕੀਨ ਨਹੀਂ ਕੀਤਾ, ਉਲਟਾ ਉਸ ਨੂੰ ਹੀ ਝਿੜਕਦਿਆ ਕਰਦਾ ਸੀ। ਹੁਣ ਮੈਨੂੰ ਅਫਸੋਸ ਹੋ ਰਿਹਾ ਸੀ ਕਿ ਮੈਂ ਬਿਨਾਂ ਵਜ੍ਹਾ ਉਸ ਨਾਲ ਲੜਿਆ। ਮੈਂ ਹਿੰਮਤ ਕਰਕੇ ਉਸ ਘਰ ਵੱਲ ਚੱਲ ਪਿਆ ਅਤੇ ਬਿਨਾਂ ਆਵਾਜ਼ ਕੀਤੇ ਘਰ ਦੇ ਅੰਦਰ ਚਲਾ ਗਿਆ। ਸਾਹਮਣੇ ਵਿਹੜੇ ਵਿੱਚ ਬਹੁਤ ਸਾਰੇ ਕਮਰੇ ਬਣੇ ਹੋਏ ਸਨ। ਮੈਂ ਸਾਰੇ ਕਮਰਿਆਂ ਨੂੰ ਚੈੱਕ ਕਰਦਾ ਹੋਇਆ ਜਾ ਰਿਹਾ ਸੀ, ਪਰ ਉੱਥੇ ਕੁਝ ਵੀ ਨਹੀਂ ਸੀ। ਮੈਂ ਇੱਕ ਕਮਰੇ ਵੱਲ ਦੇਖਿਆ ਜਿੱਥੋਂ ਆਵਾਜ਼ ਆ ਰਹੀ ਸੀ। ਮੈਂ ਲੁਕ ਕੇ ਉਹਨਾਂ ਦੀਆਂ ਗੱਲਾਂ ਸੁਣਨ ਲੱਗਿਆ ਅਤੇ ਜੋ ਕੁਝ ਮੈਨੂੰ ਸੁਣਨ ਅਤੇ ਦੇਖਣ ਨੂੰ ਮਿਲਿਆ, ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ। ਇਹ ਕੀ ਹਕੀਕਤ ਮੇਰੇ ਸਾਹਮਣੇ ਆਈ ਸੀ? ਕੀ ਮੇਰੀ ਮਾਂ ਅਜਿਹਾ ਕੁਝ ਕਰ ਸਕਦੀ ਸੀ? ਉੱਥੇ ਬਹੁਤ ਸਾਰੀਆਂ ਕੁੜੀਆਂ ਬੈਠੀਆਂ ਹੋਈਆਂ ਸਨ ਜਿਨ੍ਹਾਂ ਦੇ ਹੱਥ ਤੇ ਮੂੰਹ ਬੰਨੇ ਹੋਏ ਸਨ। ਉਹ ਕੁੜੀਆਂ ਜ਼ਿਆਦਾ ਉਮਰ ਦੀਆਂ ਨਹੀਂ ਸਨ। ਮੇਰੀ ਮਾਂ ਅਤੇ ਇੱਕ ਮੁੰਡਾ ਇਕੱਠੇ ਬੈੱਡ 'ਤੇ ਬੈਠੇ ਹੋਏ ਸਨ ਅਤੇ ਥੋੜ੍ਹੀ ਦੇਰ ਬਾਅਦ 4-5 ਆਦਮੀ ਉਹਨਾਂ ਕੁੜੀਆਂ ਨੂੰ ਲੈ ਕੇ ਪਿਛਲੇ ਰਸਤੇ ਤੋਂ ਨਿਕਲ ਗਏ। ਮੇਰੀ ਮਾਂ ਤੇ ਉਹ ਮੁੰਡਾ ਦੋਨੋਂ ਬੈਠੇ ਹੱਸ ਰਹੇ ਸਨ ਅਤੇ ਫਿਰ ਮੇਰੀ ਮਾਂ ਉਸ ਮੁੰਡੇ ਨੂੰ ਕਹਿਣ ਲੱਗੀ ਕਿ ਬਹੁਤ ਦੇਰ ਹੋ ਚੁੱਕੀ ਹੈ, ਮੈਨੂੰ ਘਰ ਜਾਣਾ ਚਾਹੀਦਾ ਹੈ। ਇਹ ਸਭ ਦੇਖਦੇ ਹੀ ਮੈਂ ਸਭ ਕੁਝ ਸਮਝ ਗਿਆ। ਮੈਂ ਬਿਨਾਂ ਉਹਨਾਂ ਨੂੰ ਦੱਸੇ ਉਸ ਘਰ ਤੋਂ ਵਾਪਸ ਆ ਗਿਆ ਅਤੇ ਆਪਣੇ ਘਰ ਵੱਲ ਚੱਲ ਪਿਆ। ਮੈਨੂੰ ਨਹੀਂ ਪਤਾ ਮੈਂ ਕਿਵੇਂ ਆਪਣੇ ਘਰ ਪਹੁੰਚਿਆ ਅਤੇ ਕਿਵੇਂ ਆਪਣੇ ਆਪ ਨੂੰ ਸੰਭਾਲਿਆ। ਮੈਨੂੰ ਡੂੰਘਾ ਸਦਮਾ ਲੱਗਿਆ ਸੀ। ਮੈਂ ਆਪਣੇ ਆਪ ਨੂੰ ਸੰਭਾਲ ਨਹੀਂ ਪਾ ਰਿਹਾ ਸੀ। ਮੇਰੀ ਮਾਂ ਕਿਵੇਂ ਮੈਨੂੰ ਧੋਖਾ ਦੇ ਸਕਦੀ ਸੀ? ਉਹਨਾਂ ਨਾਲ ਬਹੁਤ ਨਫ਼ਰਤ ਹੋ ਰਹੀ ਸੀ। ਇੰਨਾ ਘਟੀਆ ਕੰਮ ਮੇਰੀ ਮਾਂ ਕਰਦੀ ਸੀ, ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ। ਮੈਂ ਉਹਨਾਂ ਨੂੰ ਬਹੁਤ ਚੰਗਾ ਸਮਝਦਾ ਸੀ। ਮੇਰੀ ਮਾਂ ਵਰਗਾ ਕੋਈ ਨਹੀਂ। ਮੇਰੀ ਮਾਂ ਅਜਿਹਾ ਨਹੀਂ ਕਰ ਸਕਦੀ। ਇਹ ਸ਼ਬਦ ਬਾਰ-ਬਾਰ ਮੈਂ ਆਪਣੀ ਪਤਨੀ ਨੂੰ ਕਹਿ ਰਿਹਾ ਸੀ। ਮੇਰਾ ਭਰੋਸਾ, ਮੇਰਾ ਮਾਣ, ਮੇਰੀ ਇੱਜ਼ਤ ਸਭ ਕੁਝ ਮਿੱਟੀ ਵਿੱਚ ਮਿਲ ਚੁੱਕਿਆ ਸੀ। ਮੇਰੀ ਪਤਨੀ ਮੇਰੀ ਹਾਲਤ ਦੇਖ ਕੇ ਪਰੇਸ਼ਾਨ ਹੋ ਚੁੱਕੀ ਸੀ ਅਤੇ ਬਾਰ-ਬਾਰ ਮੈਨੂੰ ਪੁੱਛ ਰਹੀ ਸੀ ਕਿ ਆਖਿਰ ਹੋਇਆ ਕੀ ਹੈ। ਹੁਣ ਮੈਂ ਉਸ ਨੂੰ ਕੀ ਕਹਿੰਦਾ, ਪਰ ਉਸ ਦੇ ਬਾਰ-ਬਾਰ ਪੁੱਛਣ 'ਤੇ ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ ਅਤੇ ਫੁੱਟ-ਫੁੱਟ ਕੇ ਰੋਣ ਲੱਗਿਆ। ਮੇਰੀ ਪਤਨੀ ਨੇ ਮੈਨੂੰ ਰੋਣ ਦਿੱਤਾ ਤਾਂ ਜੋ ਸਾਰਾ ਗੁਬਾਰ ਨਿਕਲ ਜਾਵੇ ਅਤੇ ਮੇਰਾ ਦਿਲ ਥੋੜ੍ਹਾ ਹਲਕਾ ਹੋ ਗਿਆ। ਮੇਰੀ ਪਤਨੀ ਨੇ ਮੇਰਾ ਬਹੁਤ ਸਾਥ ਦਿੱਤਾ। ਮੈਨੂੰ ਦਿਮਾਗੀ ਤਣਾਅ ਵਿੱਚੋਂ ਕੱਢਣ ਵਿੱਚ ਉਸ ਦਾ ਬਹੁਤ ਵੱਡਾ ਹੱਥ ਸੀ। ਉਹ ਮੈਨੂੰ ਸੰਭਾਲਣ ਲੱਗੀ। ਉਸ ਕਾਰਨ ਹੀ ਮੈਂ ਹੁਣ ਨਾਰਮਲ ਜ਼ਿੰਦਗੀ ਗੁਜ਼ਾਰ ਰਿਹਾ ਹਾਂ, ਨਹੀਂ ਤਾਂ ਮੈਂ ਕਦੇ ਵੀ ਠੀਕ ਨਹੀਂ ਹੋ ਪਾਉਂਦਾ। ਮੈਂ ਆਪਣੀ ਪਤਨੀ ਨੂੰ ਦੱਸਿਆ, ਮੇਰੀ ਮਾਂ ਘੱਟ ਉਮਰ ਦੀਆਂ ਅਤੇ ਗਰੀਬ ਕੁੜੀਆਂ ਨੂੰ ਪੈਸੇ ਦਾ ਲਾਲਚ ਦੇ ਕੇ ਉਹਨਾਂ ਨੂੰ ਗਲਤ ਕੰਮ ਕਰਾਉਣ ਵਾਲੇ ਗਿਰੋਹ ਕੋਲ ਵੇਚ ਦਿੰਦੀ ਹੈ ਅਤੇ ਇਸ ਤਰ੍ਹਾਂ ਮੇਰੀ ਮਾਂ ਇੰਨੇ ਪੈਸੇ ਕਮਾਉਂਦੀ ਹੈ। ਉਸਨੇ ਇਹ ਆਪਣਾ ਧੰਦਾ ਬਣਾਇਆ ਹੋਇਆ ਹੈ ਅਤੇ ਜਿਨ੍ਹਾਂ ਕੋਲ ਕੁੜੀਆਂ ਨੂੰ ਵੇਚਦੀ ਹੈ ਉਹਨਾਂ ਵਿੱਚੋਂ ਇੱਕ ਆਦਮੀ ਨਾਲ ਮੇਰੀ ਮਾਂ ਦੇ ਗਲਤ ਸੰਬੰਧ ਵੀ ਹਨ। ਇਹ ਸਭ ਮੇਰੇ ਲਈ ਬਰਦਾਸ਼ਤ ਤੋਂ ਬਾਹਰ ਸੀ। ਮੇਰੀ ਮਾਂ ਕੋਲ ਇੰਨੇ ਪੈਸੇ ਅਤੇ ਗਹਿਣੇ ਕਿੱਥੋਂ ਆਏ ਸਨ? ਇਹ ਸਭ ਸਵਾਲਾਂ ਦੇ ਜਵਾਬ ਮਾਂ ਦੀ ਸੱਚਾਈ ਜਾਣ ਕੇ ਪਤਾ ਚੱਲ ਗਏ ਸਨ। ਕੁਝ ਦਿਨ ਤਾਂ ਮੈਂ ਆਪਣੇ ਹੋਸ਼ ਵਿੱਚ ਹੀ ਨਹੀਂ ਸੀ ਕਿਉਂਕਿ ਮੇਰੇ ਦਿਮਾਗ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ। ਅਸੀਂ ਆਪਣੀ ਮਾਂ ਨੂੰ ਨਹੀਂ ਦੱਸਿਆ ਕਿ ਮੈਨੂੰ ਅਤੇ ਮੇਰੀ ਪਤਨੀ ਨੂੰ ਸਭ ਕੁਝ ਪਤਾ ਲੱਗ ਗਿਆ ਹੈ। ਮੇਰੀ ਪਤਨੀ ਤਾਂ ਸਿਰਫ ਸ਼ੱਕ ਕਰਦੀ ਸੀ ਕਿਉਂਕਿ ਮੇਰੀ ਮਾਂ ਰੋਜ਼-ਰੋਜ਼ ਨਵੇਂ-ਨਵੇਂ ਕੱਪੜੇ ਪਾ ਕੇ ਜਾਂਦੀ ਸੀ ਅਤੇ ਮੇਰੀ ਪਤਨੀ ਨੂੰ ਨੌਕਰਾਨੀ ਬਣਾ ਕੇ ਰੱਖਿਆ ਹੋਇਆ ਸੀ। ਮੇਰੀ ਪਤਨੀ ਨੂੰ ਮੇਰੀ ਮਾਂ 'ਤੇ ਸ਼ੱਕ ਹੋ ਗਿਆ ਸੀ ਅਤੇ ਉਹ ਬਾਰ-ਬਾਰ ਮੈਨੂੰ ਫੋਨ ਕਰਕੇ ਇਹੀ ਦੱਸਣਾ ਚਾਹੁੰਦੀ ਸੀ ਅਤੇ ਮੈਂ ਅੱਗੇ ਤੋਂ ਉਸ ਨੂੰ ਝਿੜਕ ਦਿੰਦਾ ਸੀ। ਮੇਰੀ ਮਾਂ ਨੇ ਅਜਿਹਾ ਡਰਾਮਾ ਕੀਤਾ ਕਿ ਮੈਨੂੰ ਆਪਣੇ ਵੱਲ ਕਰ ਰੱਖਿਆ ਸੀ ਕਿ ਬੇਟਾ ਤਾਂ ਮੈਨੂੰ ਗਲਤ ਸਮਝੇਗਾ ਨਹੀਂ, ਇਸ ਲਈ ਮੇਰੇ ਸਾਹਮਣੇ ਮੇਰੀ ਪਤਨੀ ਦੀ ਤਾਰੀਫ ਕਰਿਆ ਕਰਦੀ ਸੀ ਤਾਂ ਜੋ ਮੈਂ ਮਾਂ ਨੂੰ ਗਲਤ ਨਾ ਸਮਝਾਂ ਅਤੇ ਉਹਨਾਂ 'ਤੇ ਸ਼ੱਕ ਵੀ ਨਾ ਕਰਾਂ। ਮੇਰੀ ਮਾਂ ਨੇ ਬਹੁਤ ਘਟੀਆ ਕੰਮ ਕੀਤਾ ਸੀ ਜਿਸ ਲਈ ਉਹਨਾਂ ਨੂੰ ਬਿਲਕੁਲ ਵੀ ਸ਼ਰਮਿੰਦਗੀ ਨਹੀਂ ਸੀ। ਅਜਿਹੇ ਲੋਕਾਂ ਨੂੰ ਰੱਬ ਕਦੇ ਮਾਫ਼ ਨਹੀਂ ਕਰਦਾ ਜੋ ਦੂਜਿਆਂ ਦੀ ਜ਼ਿੰਦਗੀ ਬਰਬਾਦ ਕਰਦੇ ਹਨ। ਉਹਨਾਂ ਮਾਸੂਮ ਕੁੜੀਆਂ ਦਾ ਕੀ ਕਸੂਰ ਸੀ ਜਿਨ੍ਹਾਂ ਨੂੰ ਇਹ ਦਰਿੰਦੇ ਲੋਕ ਪੈਸੇ ਦੇ ਲਾਲਚ ਵਿੱਚ ਵੇਚ ਦਿੰਦੇ ਸਨ? ਕਿੰਨੇ ਘਰ ਇਹ ਲੋਕ ਬਰਬਾਦ ਕਰ ਚੁੱਕੇ ਹਨ। ਇਹਨਾਂ ਲੋਕਾਂ ਨੂੰ ਜਿਉਂਦੇ ਰਹਿਣ ਦਾ ਕੋਈ ਹੱਕ ਨਹੀਂ ਹੈ। ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਕੀ ਕਰ ਰਹੇ ਹਨ। ਅਜਿਹੇ ਲੋਕਾਂ ਦੇ ਜਜ਼ਬਾਤ ਮਰ ਚੁੱਕੇ ਹੁੰਦੇ ਹਨ। ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਮੈਂ ਸੋਚ ਲਿਆ ਸੀ ਕਿ ਮੈਂ ਇਹਨਾਂ ਨੂੰ ਇਹਨਾਂ ਦੇ ਕਰਮਾਂ ਦੀ ਸਜ਼ਾ ਦਿਵਾ ਕੇ ਰਹਾਂਗਾ। ਮੈਂ ਪੁਲਿਸ ਵਾਲਿਆਂ ਨੂੰ ਸਭ ਕੁਝ ਦੱਸ ਦਿੱਤਾ ਸੀ ਅਤੇ ਉਸ ਥਾਂ ਦੇ ਬਾਰੇ ਵਿੱਚ ਵੀ ਦੱਸ ਦਿੱਤਾ ਸੀ ਜਿੱਥੇ ਇਹ ਗੰਦਾ ਕੰਮ ਕੀਤਾ ਜਾਂਦਾ ਸੀ
ਅਤੇ ਉਹਨਾਂ ਮਾਸੂਮ ਕੁੜੀਆਂ ਨੂੰ ਇੱਥੇ ਲਿਆ ਕੇ ਕੈਦ ਕੀਤਾ ਜਾਂਦਾ ਸੀ। ਮੈਂ ਤਾਂ ਇਹ ਸੋਚ ਕੇ ਹੀ ਕੰਬ ਗਿਆ ਸੀ ਕਿ ਕਿੰਨੀਆਂ ਬੇਟੀਆਂ ਦੀ ਇੱਜ਼ਤ ਕੁਚਲੀ ਗਈ ਹੋਵੇਗੀ, ਕਿੰਨੀਆਂ ਮਾਵਾਂ ਜਿਉਂਦੀਆਂ ਦਫਨ ਹੋ ਗਈਆਂ ਹੋਣਗੀਆਂ, ਕਿੰਨੇ ਘਰ ਬਰਬਾਦ ਹੋ ਗਏ ਹੋਣਗੇ। ਇਹ ਸਭ ਸੋਚ ਕੇ ਮੇਰਾ ਕਲੇਜਾ ਮੂੰਹ ਨੂੰ ਆਉਣ ਲੱਗ ਜਾਂਦਾ ਸੀ। ਜਿਨ੍ਹਾਂ ਉੱਪਰ ਇਹ ਸਭ ਗੁਜ਼ਰੀ ਉਹਨਾਂ ਦਾ ਕੀ ਹਾਲ ਹੋਇਆ ਹੋਵੇਗਾ। ਫਿਰ ਮੇਰੇ ਘਰ ਪੁਲਿਸ ਆ ਕੇ ਮੇਰੀ ਮਾਂ ਨੂੰ ਲੈ ਗਈ। ਮੇਰੀ ਮਾਂ ਮੈਨੂੰ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਸੀ। ਮੈਂ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਪੁਲਿਸ ਵਾਲਿਆਂ ਨੂੰ ਕਿਹਾ, ਤੁਸੀਂ ਇਹਨਾਂ ਨੂੰ ਇੱਥੋਂ ਲੈ ਜਾਓ। ਮੇਰਾ ਇੰਨਾ ਕਹਿਣਾ ਸੀ ਕਿ ਮੇਰੀ ਮਾਂ ਸਮਝ ਗਈ ਕਿ ਉਹਨਾਂ ਦੀ ਹਕੀਕਤ ਮੇਰੇ ਸਾਹਮਣੇ ਆ ਚੁੱਕੀ ਹੈ ਅਤੇ ਫਿਰ ਉਹ ਚੀਕ ਕੇ ਮੇਰੇ ਤੋਂ ਮਾਫ਼ੀ ਮੰਗਣ ਲੱਗੀ। ਮੈਂ ਬਸ ਇੰਨਾ ਕਿਹਾ ਕਿ ਇਹਨਾਂ ਨੂੰ ਇੱਥੋਂ ਲੈ ਜਾਓ। ਮਾਂ ਦੇ ਜਾਣ ਤੋਂ ਬਾਅਦ ਮੇਰੀ ਹਿੰਮਤ ਜਵਾਬ ਦੇ ਚੁੱਕੀ ਸੀ। ਮੈਂ ਉੱਚੀ ਰੋਣ ਲੱਗਿਆ। ਮੇਰਾ ਰੋਣਾ ਕੁਝ ਵੀ ਨਹੀਂ ਸੀ। ਉਹਨਾਂ ਕੁੜੀਆਂ ਦੀ ਤਕਲੀਫ ਮਹਿਸੂਸ ਕਰਨਾ ਹੋਰ ਵੀ ਮੁਸ਼ਕਿਲ ਸੀ। ਮੈਂ ਬਿਲਕੁਲ ਠੀਕ ਫੈਸਲਾ ਕੀਤਾ ਸੀ ਕਿਉਂਕਿ ਮੈਨੂੰ ਉਹਨਾਂ ਧੀਆਂ ਦੀ ਤਕਲੀਫ ਦਾ ਅੰਦਾਜ਼ਾ ਸੀ। ਮੈਂ ਇੰਨਾ ਜ਼ਾਲਿਮ ਨਹੀਂ ਬਣ ਸਕਦਾ ਸੀ ਕਿ ਸਭ ਜਾਣਦੇ ਹੋਏ ਵੀ ਉਹਨਾਂ ਮੁਜਰਿਮਾਂ ਨੂੰ ਸ਼ਰੇਆਮ ਘੁੰਮਣ ਦਿੰਦਾ। ਇਸ ਲਈ ਮੈਂ ਇਹ ਕਦਮ ਚੁੱਕਿਆ। ਬੇਸ਼ੱਕ ਉਹ ਮੇਰੀ ਮਾਂ ਸੀ, ਪਰ ਉਹ ਇੱਕ ਮੁਜਰਿਮ ਸੀ। ਮੈਂ ਜੇਲ੍ਹ ਵਿੱਚ ਉਹਨਾਂ ਨੂੰ ਮਿਲਣ ਜਾਇਆ ਕਰਦਾ ਸੀ ਅਤੇ ਉਹ ਮੇਰੇ ਨਾਲ ਨਜ਼ਰਾਂ ਨਹੀਂ ਮਿਲਾਉਂਦੀ ਸੀ। ਉਹ ਮੇਰੇ ਤੋਂ ਬਹੁਤ ਵਾਰ ਮਾਫ਼ੀ ਮੰਗ ਚੁੱਕੀ ਸੀ। ਜਦ ਮੈਂ ਉਹਨਾਂ ਨੂੰ ਮਿਲਣ ਜਾਂਦਾ, ਮੇਰੇ ਅੱਗੇ ਹੱਥ ਜੋੜਨ ਲੱਗਦੀ ਸੀ। ਹੁਣ ਉਹ ਖੁਦ ਆਪਣੇ ਕੀਤੇ 'ਤੇ ਪਛਤਾ ਰਹੀ ਸੀ। ਮੈਂ ਬਸ ਇਹੀ ਕਹਿੰਦਾ ਸੀ, ਰੱਬ ਤੋਂ ਆਪਣੇ ਪਾਪਾਂ ਦੀ ਮਾਫ਼ੀ ਮੰਗੋ, ਸ਼ਾਇਦ ਉਹ ਤੁਹਾਨੂੰ ਮਾਫ਼ ਕਰ ਦੇਵੇ। ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਲਣਾ ਆਸਾਨ ਹੁੰਦਾ ਹੈ, ਪਰ ਕਿਸੇ ਨੂੰ ਇੱਜ਼ਤ ਦੀ ਜ਼ਿੰਦਗੀ ਦੇਣਾ ਬਹੁਤ ਮੁਸ਼ਕਿਲ ਹੁੰਦਾ ਹੈ। ਬੰਦਾ ਬਹੁਤ ਜਲਦੀ ਰੱਬ ਦੀ ਪਕੜ ਵਿੱਚ ਆਉਂਦਾ ਹੈ। ਇਸ ਲਈ ਕਿਸੇ ਨਾਲ ਬੁਰਾ ਨਹੀਂ ਕਰਨਾ ਚਾਹੀਦਾ। ਹੁਣ ਮੈਂ ਆਪਣੀ ਪਤਨੀ ਨਾਲ ਚੰਗੀ ਜ਼ਿੰਦਗੀ ਬਿਤਾ ਰਿਹਾ ਹਾਂ, ਪਰ ਮੇਰੀ ਜ਼ਿੰਦਗੀ ਵਿੱਚ ਇੱਕ ਕਮੀ ਜ਼ਰੂਰ ਹੈ ਜੋ ਕਦੇ ਪੂਰੀ ਨਹੀਂ ਹੋ ਸਕਦੀ। ਕਾਸ਼ ਇਹ ਸਭ ਨਾ ਹੁੰਦਾ ਤਾਂ ਮੇਰੀ ਮਾਂ ਮੇਰੇ ਕੋਲ ਹੁੰਦੀ, ਪਰ ਕਦੇ ਕਿਸੇ ਦਾ ਕਾਸ਼ ਪੂਰਾ ਨਹੀਂ ਹੋਇਆ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਬਾਰੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਹੀ ਘੰਟੀ ਨੂੰ ਦਬਾ ਕੇ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਜਾਵੇ। ਮੈਨੂੰ ਦਿਓ ਅਗਲੀ ਵੀਡੀਓ ਤੱਕ ਇਜਾਜ਼ਤ। ਤਦ ਤੱਕ ਲਈ ਧੰਨਵਾਦ।